ਦਿਸ਼ਾ ਪਰਿਵਰਤਨ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਆਪਣੇ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਤੁਹਾਡੇ ਨਾਲ ਉਸਦੇ ਵਚਨ ਦੇ ਰਾਹੀਂ ਰੂਬਰੂ ਹੋ ਸਕੀਏ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਯਿਸੂ ਅਤੇ ਸਮੱਸਿਆਵਾਂ ਦੇ ਬਾਰੇ ਗੌਰ ਕਰ ਰਹੇ ਸੀ। ਅਸੀਂ ਜਾਣਿਆ ਕਿ ਸੰਸਾਰ ਦੇ ਵਿੱਚ ਕੋਈ ਵੀ ਮਨੁੱਖ ਅਜਿਹਾ ਨਹੀਂ ਹੈ ਜਿਸ ਦੇ ਜੀਵਨ ਦੇ ਵਿੱਚ ਕੋਈ ਵੀ ਸਮੱਸਿਆ ਨਾ ਹੋਵੇ। ਸਮੱਸਿਆਵਾਂ ਸਾਰਿਆਂ ਦੇ ਜੀਵਨ ਦੇ ਵਿੱਚ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਜਾਣਿਆ ਕਿ ਸਮੱਸਿਆਵਾਂ ਦਾ ਸਮਾਧਾਨ ਤਦੇ ਹੀ ਹੋ ਸਕਦਾ ਹੈ ਜਦ ਅਸੀਂ ਸਮੱਸਿਆ ਨੂੰ ਸਮਝਦੇ ਹਾਂ। ਸਾਨੂੰ ਆਪਣੀ ਸਮੱਸਿਆ ਨੂੰ ਪਰਿਭਾਸ਼ਿਤ ਕਰਨਾ ਆਉਣਾ ਚਾਹੀਦਾ। ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਨੇ ਜਿਹੜਾ ਵੀ ਚਮਤਕਾਰ ਕੀਤਾ ਉਹ ਇੱਕ ਸਮੱਸਿਆ ਦੇ ਨਾਲ ਹੀ ਸ਼ੁਰੂ ਹੋਇਆ ਸੀ। ਜੇਕਰ ਤੁਹਾਡੇ ਜੀਵਨ ਦੇ ਵਿੱਚ ਵੀ ਕੋਈ ਸਮੱਸਿਆ ਹੈ ਤਾਂ ਤੁਸੀਂ ਉਸ ਸਮੱਸਿਆ ਦੇ ਹੱਲ ਦੇ ਲਈ ਉਮੀਦਵਾਰ ਹੋ। ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਸਮੱਸਿਆਵਾਂ ਨੂੰ ਆਉਣ ਦਿੰਦਾ ਹੈ ਅਤੇ ਇਹਨਾਂ ਸਮੱਸਿਆ ਦੇ ਰਾਹੀਂ ਆਪਣੀ ਸ਼ਕਤੀ ਨੂੰ ਵਿਖਾਉਂਦਾ ਹੈ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਬਚੇ ਹੋਏ ਹਿੱਸੇ ਦਾ ਅਧਿਐਨ ਪੂਰਾ ਕਰਾਂਗੇ। ਸਾਡੀ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੋ। ਤੁਸੀਂ ਜ਼ਰੂਰ ਆਸ਼ੀਸ਼ ਪਾਓਗੇ। ਤਾਂ ਫਿਰ ਦੋਸਤੋ, ਦੇਰ ਕਾਹਦੀ, ਆਓ ਛੇਤੀ ਨਾਲ ਆਪਣੇ ਅਧਿਐਨ ਨੂੰ ਸ਼ੁਰੂ ਕਰਦੇ ਹਾਂ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਫੋਰਟ ਵੈਨ ਵਿੱਚ ਸੇਵਕਾਈ ਸ਼ੁਰੂ ਕੀਤੀ। ਇਹ ਇੰਨੀ ਪੁਰਾਣੀ ਗੱਲ ਹੈ ਕਿ ਮੇਰੇ ਲਈ ਸੱਚਮੁੱਚ ਇਸ ਨੂੰ ਯਾਦ ਕਰਨਾ ਔਖਾ ਹੈ। ਪਰ ਮੈਂ ਇੱਕ ਜਵਾਨ ਪਾਸਟਰ ਸਾਂ ਅਤੇ ਮੈਂ ਇੱਕ ਚੰਗਾ ਪਾਸਟਰ ਬਣਨ ਲਈ ਸਭ ਕੁਝ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਅਤੇ ਜਦ ਕਦੀ ਵੀ ਕੋਈ ਸੈਮੀਨਾਰ ਹੁੰਦਾ ਸੀ, ਮੈਨੂੰ ਜਿੱਥੋਂ ਕਿਤੋਂ ਵੀ ਪੈਸੇ ਲੱਭਦੇ ਸਨ, ਮੈਂ ਲੈ ਕੇ ਸੈਮੀਨਾਰ ਵਿੱਚ ਜਾਂਦਾ ਸਾਂ। ਅਤੇ ਮੈਨੂੰ ਯਾਦ ਹੈ ਇੱਕ ਵਾਰ ਇੱਕ ਸੁਸਮਾਚਾਰ ਸੰਬੰਧੀ ਸੈਮੀਨਾਰ ਜੋ ਸਿਸਨਟੀ ਦੇ ਇਲਾਕੇ ਵਿੱਚ ਇੱਕ ਸਫਲ ਕਲੀਸਿਆ ਵਿੱਚ ਹੋਇਆ ਸੀ ਅਤੇ ਇਹ ਇੱਕ ਲੈਂਡਮਾਰਕ ਟੈਂਪਲ ਸੀ ਅਤੇ ਮੈਂ ਉੱਥੇ ਗਿਆ ਅਤੇ ਮੈਂ ਇਸ ਸੈਮੀਨਾਰ ਵਿੱਚ ਗਿਆ ਅਤੇ ਇਹ ਕਲੀਸਿਆ ਸਿਸਨਟੀ ਦੇ ਇਲਾਕੇ ਵਿੱਚ ਇਸ ਦੀ ਵੱਡੀ ਔਰ ਟੀਚਰ ਲਈ ਮਸ਼ਹੂਰ ਸੀ। ਇਹ ਕਲੀਸਿਆ ਬੱਸਾਂ ਰਾਹੀਂ ਬੱਚਿਆਂ ਨੂੰ ਸੰਡੇ ਸਕੂਲ ਵਿੱਚ ਲਿਆਉਣ ਵਿੱਚ ਸਭ ਤੋਂ ਅੱਗੇ ਸੀ। ਮੈਂ ਉਸ ਵੱਡੇ ਗਿਰਜੇ ਦੀ ਡਿਓਢੀ ਵਿੱਚ ਤੁਰ ਕੇ ਜਾਣਾ ਕਦੀ ਨਹੀਂ ਭੁੱਲਾਂਗਾ ਅਤੇ ਤੁਰੇ ਜਾਂਦੇ ਤੁਸੀਂ ਇਸ ਪਵਿੱਤਰ ਥਾਂ ਦੇ ਬੂਹੇ ਦੀ ਸਜਾਵਟ ਵਾਲੀ ਪੱਟੀ ਤੇ ਲਿਖੀਆਂ ਗੱਲਾਂ ਨੂੰ ਕਦੀ ਨਹੀਂ ਭੁੱਲੋਗੇ ਜੋ ਇੱਕ ਦੂਜੀ ਦੇ ਅੱਗੇ ਪਿੱਛੇ ਸਨ ਅਤੇ ਉਹਨਾਂ ਤੇ ਇਹ ਲਿਖਿਆ ਹੋਇਆ ਸੀ, ਉਹ ਭਾਲਣਗੇ ਨਹੀਂ, ਉਹ ਭਾਲੇ ਜਾਣਗੇ, ਉਹ ਨਹੀਂ ਆਉਣਗੇ, ਉਹ ਲਿਆਂਦੇ ਜਾਣਗੇ, ਉਹ ਸਿਖਾਉਣਗੇ ਨਹੀਂ, ਉਹ ਸਿਖਾਏ ਜਾਣਗੇ। ਹਰ ਹਫ਼ਤੇ ਜੋ ਕੋਈ ਵੀ ਕਲੀਸਿਆ ਵਿੱਚ ਆਉਂਦਾ ਹੈ ਉਸ ਨੂੰ ਇਹ ਸੱਚਾਈ ਯਾਦ ਕਰਾਈ ਜਾਂਦੀ ਹੈ। ਉਹਨਾਂ ਦੇ ਸਮਾਜ ਦੀਆਂ ਜ਼ਰੂਰਤਾਂ ਪੂਰਾ ਕਰਨ ਦੀ ਜ਼ਿੰਮੇਵਾਰੀ ਕਲੀਸਿਆ ਦੀ ਹੈ, ਕਿਉਂਕਿ ਸਮਾਜ ਆਪਣੀਆਂ ਜ਼ਰੂਰਤਾਂ ਆਪਣੇ ਆਪ ਪੂਰੀਆਂ ਨਹੀਂ ਕਰ ਸਕਦਾ ਸੀ। ਉਹ ਭਾਲਣਗੇ ਨਹੀਂ, ਉਹ ਭਾਲੇ ਜਾਣਗੇ, ਉਹ ਨਹੀਂ ਆਉਣਗੇ, ਉਹ ਲਿਆਂਦੇ ਜਾਣਗੇ, ਉਹ ਸਿਖਾਏ ਨਹੀਂ, ਉਹ ਸਿਖਾਏ ਜਾਣਗੇ। ਇਹ ਹੈ ਯਿਸੂ ਦਾ ਤਰੀਕਾ ਸਮੱਸਿਆ ਨੂੰ ਸੁਲਝਾਉਣ ਦਾ। ਉਸ ਦਿਨ ਤਰਸ ਦੇ ਤਰੀਕੇ ਦੀ ਜਿੱਤ ਹੋਈ। ਨੰਬਰ 3, ਆਪਣੀ ਕਾਬਲੀਅਤ ਨੂੰ ਖੋਜਣਾ। ਖੈਰ, ਅਸੀਂ ਸਮੱਸਿਆ ਨੂੰ ਪਰਿਭਾਸ਼ਿਤ ਕਰ ਚੁੱਕੇ ਹਾਂ ਅਤੇ ਸੰਭਾਵਨਾ ਤੈਅ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਸਾਨੂੰ ਆਪਣੀ ਕਾਬਲੀਅਤ ਤੇ ਨਜ਼ਰ ਮਾਰਨ ਦੀ ਲੋੜ ਹੈ। ਆਪਣੀ ਕਾਬਲੀਅਤ ਨੂੰ ਖੋਜੋ। ਤੁਸੀਂ ਜਾਣਦੇ ਹੋ, ਪੁਰਾਣੇ ਨੇਮ ਵਿੱਚ ਪ੍ਰਭੂ ਯਿਸੂ ਨੇ ਇੱਕ ਵਾਰ ਮੂਸਾ ਤੋਂ ਪੁੱਛਿਆ। ਉਸਨੇ ਮੂਸਾ ਨੂੰ ਕਿਹਾ, ਤੇਰੇ ਹੱਥ ਵਿੱਚ ਕੀ ਹੈ? ਕੂਚ 4:2। ਜਦੋਂ ਤੁਸੀਂ ਕਿਸੇ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਜਦੋਂ ਤੁਸੀਂ ਕਿਸੇ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਤੁਸੀਂ ਸਮੱਸਿਆ ਨੂੰ ਦੱਸੋ ਜਾਂ ਪ੍ਰਭਾਸ਼ਿਤ ਕਰੋ ਅਤੇ ਫਿਰ ਆਪਣੇ ਆਪ ਨੂੰ ਪੁੱਛੋ, ਮੇਰੇ ਬਸ ਵਿੱਚ ਕੀ ਹੈ ਜਿਸ ਨਾਲ ਮੈਂ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਯੋਗਦਾਨ ਪਾ ਸਕਦਾ ਹਾਂ? ਮੇਰੇ ਵਸੀਲੇ ਕੀ ਹਨ? ਮੇਰੇ ਕੋਲ ਕੀ ਹੈ ਜੋ ਮੈਂ ਇਸਤੇਮਾਲ ਕਰ ਸਕਦਾ ਹਾਂ? ਹੁਣ ਯੂਹੰਨਾ 6 ਅਧਿਆਇ ਉਸਦੀ 8 ਐਤ ਅਤੇ 9 ਐਤ ਵਿੱਚ ਕਾਬਲੀਅਤ ਨੂੰ ਖੋਜਣ ਤੇ ਧਿਆਨ ਦਿਓ। ਉਸ ਦੇ ਚੇਲਿਆਂ ਵਿੱਚੋਂ ਇੱਕ ਸ਼ਮਊਨ ਪਤਰਸ ਦੇ ਭਰਾ ਅੰਦਰਿਆਸ ਨੇ ਉਸ ਨੂੰ ਕਿਹਾ, ਇੱਥੇ ਇੱਕ ਮੁੰਡਾ ਹੈ ਜਿਹਦੇ ਕੋਲ ਜਮਾਂ ਦੀਆਂ 5 ਰੋਟੀਆਂ ਤੇ 2 ਛੋਟੀਆਂ ਜਿਹੀਆਂ ਮੱਛੀਆਂ ਹਨ, ਪਰ ਇਹਨਾਂ ਲੋਕਾਂ ਲਈ ਇਹ ਕੀ ਹਨ? ਜਦ ਕਦੇ ਵੀ ਮੈਂ ਇਹ ਕਹਾਣੀ ਪੜ੍ਹਦਾ ਹਾਂ, ਮੈਂ ਹੈਰਾਨ ਹੁੰਦਾ ਹਾਂ ਕਿ ਅੰਦਰਿਆਸ ਇਹ ਕੀ ਲੈ ਕੇ ਆਇਆ। ਮੈਂ ਤੇ ਹੈਰਾਨ ਹਾਂ, ਇਸ ਦਾ ਕੋਈ ਮਹੱਤਵ ਨਹੀਂ ਸੀ। ਇਸ ਨੂੰ ਕਿਉਂ ਲਿਆਂਦਾ ਗਿਆ?
ਪਰ ਹਰ ਵਾਰ ਜਦੋਂ ਤੁਸੀਂ ਅੰਦਰਿਆਸ ਨੂੰ ਵੇਖਦੇ ਹੋ, ਜਿਵੇਂ ਤੁਸੀਂ ਜਾਣਦੇ ਹੋ, ਨਵੇਂ ਨੇਮ ਵਿੱਚ ਅੰਦਰਿਆਸ ਹਮੇਸ਼ਾ ਕਿਸੇ ਨਾ ਕਿਸੇ ਨੂੰ ਯਿਸੂ ਕੋਲ ਲੈ ਕੇ ਆ ਰਿਹਾ ਹੈ। ਉਹ ਪਤਰਸ ਨੂੰ ਯਿਸੂ ਕੋਲ ਲੈ ਕੇ ਆਇਆ ਅਤੇ ਹੁਣ ਉਹ ਇਹ ਛੋਟੇ ਜਿਹੇ ਮੁੰਡੇ ਨੂੰ ਯਿਸੂ ਕੋਲ ਲੈ ਕੇ ਆ ਰਿਹਾ ਹੈ, ਜਿਸ ਦੇ ਕੋਲ ਦੁਪਹਿਰ ਦੇ ਖਾਣ ਦੀ ਛੋਟੀ ਜਿਹੀ ਥੈਲੀ ਹੈ। ਅੰਦਰਿਆਸ ਇੱਧਰ ਉੱਧਰ ਵੇਖ ਰਿਹਾ ਸੀ ਅਤੇ ਭੀੜ ਵਿੱਚ ਕਿਸੇ ਕੋਲੋਂ ਭੋਜਨ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਨੂੰ ਇਹ ਛੋਟਾ ਜਿਹਾ ਮੁੰਡਾ ਲੱਭਾ, ਜਿਹੜਾ ਘਰੋਂ ਪੂਰੀ ਤਿਆਰੀ ਨਾਲ ਆਇਆ ਸੀ। ਅਤੇ ਮੈਂ ਕਲਪਨਾ ਕਰ ਸਕਦਾ ਹਾਂ ਕਿ ਇਹ ਛੋਟਾ ਮੁੰਡਾ ਜਦੋਂ ਯਿਸੂ ਦੀ ਸਿੱਖਿਆ ਨੂੰ ਸੁਣਨ ਲਈ ਘਰੋਂ ਚੱਲਣ ਲੱਗਾ ਹੋਵੇਗਾ ਤਾਂ ਉਸ ਦੀ ਮਾਂ ਨੇ ਕਿਹਾ ਹੋਵੇਗਾ, ਬੇਟਾ 1 ਮਿੰਟ ਰੁਕ, ਮੈਂ ਤੇਰੇ ਲਈ ਥੋੜਾ ਜਿਹਾ ਦੁਪਹਿਰ ਦਾ ਖਾਣਾ ਬੰਨ ਦਿੱਤਾ ਹੈ, ਸ਼ਾਇਦ ਸਮਾਂ ਜ਼ਿਆਦਾ ਵੀ ਲੱਗ ਸਕਦਾ ਹੈ। ਇਸ ਲਈ ਇਹ ਛੋਟਾ ਜਿਹਾ ਮੁੰਡਾ ਆਪਣਾ ਦੁਪਹਿਰ ਦਾ ਖਾਣਾ ਲੈ ਕੇ ਆਇਆ ਅਤੇ ਫਿਲਿਪਸ ਵਾਂਗ ਅੰਦਰਿਆਸ ਨੇ ਵੀ ਹਿਸਾਬ ਕਿਤਾਬ ਲਾਇਆ ਹੋਵੇਗਾ। ਉਸਨੇ ਕਿਹਾ, ਜਵਾਂ ਦੀਆਂ 5 ਰੋਟੀਆਂ ਅਤੇ 2 ਛੋਟੀਆਂ ਜਿਹੀਆਂ ਮੱਛੀਆਂ ਹਨ। ਅਤੇ ਜਦੋਂ ਉਹ ਪ੍ਰਭੂ ਨੂੰ ਇਸ ਤਰ੍ਹਾਂ ਕਹਿੰਦਾ ਹੈ ਤਾਂ ਤੁਸੀਂ ਅੰਦਰਿਆਸ ਦੇ ਚਿਹਰੇ ਤੇ ਮੁਸਕਰਾਹਟ ਨੂੰ ਵੇਖ ਸਕਦੇ ਹੋ। ਮੇਰਾ ਮਤਲਬ ਹੈ, ਸਭ ਤੋਂ ਪਹਿਲਾਂ ਜਵਾਂ ਗਰੀਬਾਂ ਦਾ ਖਾਣਾ ਸੀ। ਇਹ ਭੋਜਨ ਉੱਚ ਵਰਗ ਦੇ ਲੋਕਾਂ ਦੇ ਖਾਣ ਵਾਲਾ ਨਹੀਂ ਸੀ, ਇਹ ਗਰੀਬ ਲੋਕਾਂ ਦਾ ਭੋਜਨ ਸੀ। ਰੋਟੀਆਂ ਛੋਟੀਆਂ-ਛੋਟੀਆਂ ਸਨ ਅਤੇ ਛੋਟੀਆਂ-ਛੋਟੀਆਂ ਮੱਛੀਆਂ ਵੀ ਸਮੁੰਦਰ ਦੀਆਂ ਛੋਟੀਆਂ-ਛੋਟੀਆਂ ਮੱਛੀਆਂ ਸਨ। ਇਹ ਭੋਜਨ ਛੋਟੇ ਜਿਹੇ ਮੁੰਡੇ ਲਈ ਵੀ ਕਾਫੀ ਨਹੀਂ ਸੀ। ਅਤੇ ਕਿਸੇ ਨੇ ਕਿਹਾ ਕਿ ਉਸ ਖਾਸ ਦਿਨ ਇਸ ਤਰ੍ਹਾਂ ਹੋਇਆ, ਅੰਦਰਿਆਸ ਕੋਲ ਇਹ ਛੋਟਾ ਜਿਹਾ ਮੁੰਡਾ ਸੀ ਅਤੇ ਉਹ ਹੈਰਾਨ ਸੀ ਅਤੇ ਉਸ ਮੁੰਡੇ ਕੋਲ ਭੋਜਨ ਸੀ ਅਤੇ ਉਹ ਸੁੰਨ ਜਿਹਾ ਹੋ ਗਿਆ, ਕਿਉਂਕਿ ਉਹ ਜਾਣਦਾ ਸੀ ਕਿ ਉਹ ਭੋਜਨ ਦੇ ਪਿੱਛੇ ਆ ਰਹੇ ਸਨ ਅਤੇ ਭੋਜਨ ਸਿਰਫ ਉਹ ਛੋਟੇ ਜਿਹੇ ਮੁੰਡੇ ਕੋਲ ਹੀ ਸੀ। ਅਤੇ ਮੱਤੀ ਦੇ ਲੇਖੇ ਜੋਖੇ ਵਿੱਚ ਅਸੀਂ ਪੜ੍ਹਦੇ ਹਾਂ, ਪਰ ਉਹਨਾਂ ਉਸ ਨੂੰ ਕਿਹਾ, ਇੱਥੇ ਸਾਡੇ ਕੋਲ ਨਿਰੀਆਂ 5 ਰੋਟੀਆਂ ਤੇ 2 ਮੱਛੀਆਂ ਹਨ। ਤਾਂ ਉਹ ਯਿਸੂ ਬੋਲਿਆ, ਉਹਨਾਂ ਨੂੰ ਮੇਰੇ ਕੋਲ ਲਿਆਓ। ਉਸ ਦਿਨ ਚੇਲਿਆਂ ਦੀ ਸਮੱਸਿਆ ਇਹ ਸੀ ਕਿ ਉਹਨਾਂ ਦਾ ਯਿਸੂ ਪ੍ਰਤੀ ਦੋਸ਼ਪੂਰਨ ਵਿਚਾਰ ਸੀ। ਉਹ ਇਸ ਗੱਲ ਨੂੰ ਭੁੱਲ ਚੁੱਕੇ ਸਨ ਕਿ ਇਸ ਸਮੱਸਿਆ ਵਿੱਚ ਵੀ ਇਹ ਉਹੀ ਯਿਸੂ ਸੀ ਜਿਹੜਾ ਹਾਲ ਹੀ ਵਿੱਚ ਇੱਕ ਵਿਆਹ ਵਿੱਚ ਖੜਾ ਸੀ, ਜਿੱਥੇ ਉਸਨੇ ਪਾਣੀ ਨੂੰ ਮਹਿ ਬਣਾਇਆ ਸੀ ਅਤੇ ਮਹਿ ਇੰਨੀ ਹੋ ਗਈ ਸੀ ਕਿ ਹੋਰ ਕੋਈ ਦਿਨ ਤੱਕ ਚੱਲ ਸਕਦੀ ਸੀ। ਅਤੇ ਇਹੋ ਹੀ ਯਿਸੂ ਜਿਸ ਨੇ ਪਾਣੀ ਨੂੰ ਮਹਿ ਬਣਾਇਆ ਸੀ, ਯਕੀਨਨ 5 ਰੋਟੀਆਂ ਤੇ 2 ਮੱਛੀਆਂ ਨਾਲ ਵੀ ਕੁਝ ਅਜਿਹਾ ਕਰਨ ਦੇ ਯੋਗ ਸੀ। ਉਸ ਅੱਗੇ ਪੇਸ਼ ਕੀਤੀਆਂ ਗਈਆਂ ਸਨ, ਪਰ ਚੇਲੇ ਇਸ ਗੱਲ ਨੂੰ ਭੁੱਲ ਚੁੱਕੇ ਸਨ। ਕੀ ਇਹ ਦਿਲਚਸਪ ਨਹੀਂ ਹੈ ਕਿ ਪਰਮੇਸ਼ਰ ਸਾਡੇ ਲਈ ਇਹੋ ਜਿਹੇ ਮਹਾਨ ਕੰਮ ਕਰਦਾ ਹੈ ਅਤੇ ਅਸੀਂ ਉਹਨਾਂ ਕੰਮਾਂ ਨੂੰ ਉਸ ਫਾਈਲ ਵਿੱਚ ਲਗਾ ਦਿੰਦੇ ਹਾਂ ਜਿਸ ਨੂੰ ਅਸੀਂ ਕਦੇ ਖੋਲ ਕੇ ਵੀ ਨਹੀਂ ਵੇਖਦੇ। ਪਰਮੇਸ਼ਰ ਸਾਡੇ ਲਈ ਜੋ ਕੰਮ ਕਰਦਾ ਹੈ, ਅਸੀਂ ਉਹਨਾਂ ਤੋਂ ਕੁਝ ਨਹੀਂ ਸਿੱਖਦੇ। ਜਿਉਂ-ਜਿਉਂ ਮੈਂ ਵੱਡਾ ਹੋ ਰਿਹਾ ਹਾਂ, ਮੈਂ ਸਿੱਖ ਰਿਹਾ ਹਾਂ ਕਿ ਜਦ ਕਦੇ ਤੁਸੀਂ ਸਮੱਸਿਆ ਦਾ ਸਾਹਮਣਾ ਕਰਦੇ ਹੋ, ਤੁਹਾਨੂੰ ਮੁੜ ਤੋਂ ਸ਼ੁਰੂ ਕਰਨਾ ਪੈਂਦਾ ਹੈ, ਕਿਉਂਕਿ ਸਾਡੇ ਲਈ ਪਰਮੇਸ਼ਰ ਜੋ ਕੰਮ ਕਰਦਾ ਹੈ, ਉਹਨਾਂ ਤੋਂ ਅਸੀਂ ਕੁਝ ਸਿੱਖਦੇ ਨਹੀਂ। ਖੈਰ, ਉਸ ਖਾਸ ਦਿਨ ਚੇਲਿਆਂ ਕੋਲ ਉਹ ਪਰਮੇਸ਼ਰ ਸੀ ਜੋ ਬਹੁਤ ਹੀ ਛੋਟਾ ਸੀ ਅਤੇ ਉਹ ਨਹੀਂ ਜਾਣਦੇ ਸਨ ਪਰਮੇਸ਼ਰ ਕੀ ਕਰ ਸਕਦਾ ਸੀ। ਉਹ ਭੁੱਲ ਗਏ ਸਨ। ਨੰਬਰ 4, ਆਪਣੀ ਯੋਜਨਾ ਦਾ ਵਿਕਾਸ ਕਰਨਾ। ਸੋ ਅਸੀਂ ਸਾਡੀਆਂ ਸਮੱਸਿਆਵਾਂ ਨੂੰ ਪਰਿਭਾਸ਼ਿਤ ਕਰਨ ਅਤੇ ਆਪਣੀਆਂ ਸੰਭਾਵਨਾਵਾਂ ਨੂੰ ਤੈਅ ਕਰਨ ਅਤੇ ਆਪਣੀ ਕਾਬਲੀਅਤ ਨੂੰ ਖੋਜਣ ਵਾਲੇ ਆਉਂਦੇ ਹਾਂ। ਜਦੋਂ ਅਸੀਂ ਆਪਣੀ ਯੋਜਨਾ ਦਾ ਵਿਕਾਸ ਕਰਦੇ ਹਾਂ ਤਾਂ ਉਸ ਦਾ ਇਹ ਨਤੀਜਾ ਹੈ, ਇਹ ਹੈ ਯੋਜਨਾ। ਯਿਸੂ ਕੋਲ ਇੱਕ ਯੋਜਨਾ ਹੈ, ਇਹ ਪਹਿਲਾਂ ਤੋਂ ਹੀ ਉਸ ਦੇ ਦਿਲ ਵਿੱਚ ਸੀ। ਉਹ ਜਾਣਦਾ ਸੀ ਕਿ ਉਹ ਕੀ ਕਰਨ ਵਾਲਾ ਸੀ। ਯਾਦ ਕਰੋ, ਉਸਨੇ ਫਿਲਿਪਸ ਨੂੰ ਕੀ ਆਖਿਆ। ਉਸਨੇ ਫਿਲਿਪਸ ਨੂੰ ਪੁੱਛਿਆ ਅਤੇ ਫਿਰ ਵਚਨ ਕਹਿੰਦਾ ਹੈ, ਪਰ ਉਹ ਜਾਣਦਾ ਸੀ ਜੋ ਮੈਂ ਕੀ ਕਰਾਂਗਾ। ਯਿਸੂ ਨੇ ਸਾਰੀ ਯੋਜਨਾ ਪਹਿਲਾਂ ਤੋਂ ਹੀ ਬਣਾਈ ਹੋਈ ਸੀ। ਭਾਗ ਊੜਾ, ਲੋਕਾਂ ਨੂੰ ਸੰਗਠਿਤ ਕਰਨਾ। ਸਭ ਤੋਂ ਪਹਿਲਾਂ ਉਹ ਲੋਕਾਂ ਨੂੰ ਸੰਗਠਿਤ ਕਰਦਾ ਹੈ। ਬਹੁਤ ਵਧੀਆ। ਯੋਨਾ 6 ਅਧਿਆਇ 10 ਐਤ ਕਹਿੰਦੀ ਹੈ, ਤਾਂ ਯਿਸੂ ਨੇ ਆਖਿਆ, ਉਹਨਾਂ ਨੂੰ ਬਿਠਾ ਦਿਓ। ਉਸ ਥਾਂ ਬਹੁਤ ਘਾਹ ਸੀ, ਸੋ ਮਰਦ ਜੋ ਗਿਣਤੀ ਵਿੱਚ 5000 ਸਨ ਬੈਠ ਗਏ। ਅਤੇ ਫਿਰ ਮਰਕਸ ਇਸ ਬਾਰੇ ਆਪਣਾ ਵੇਰਵਾ ਦਿੰਦਾ ਹੈ। ਤਾਂ ਉਸਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਸਭੇ ਹਰੇ ਘਾਹ ਉੱਤੇ ਪੰਗਤਾਂ ਬਣਾ ਕੇ ਬਹਿ ਜਾਣ ਔਰ ਉਹਨਾਂ ਦੀ 100 ਅਤੇ 50 ਦੀ ਪਾਲ ਵਿੱਚ ਬਿਠਾ ਦਿਓ। ਵਧੀਆ ਸੋਚ ਹੈ। ਮੇਰਾ ਮਤਲਬ ਹੈ, ਤੁਸੀਂ ਉਸ ਸਮੂਹ ਨਾਲ ਕਿਵੇਂ ਨਜਿੱਠੋਗੇ ਜਿਸ ਵਿੱਚ 15000 ਲੋਕ ਹਨ। ਯਿਸੂ ਨੇ ਉਹਨਾਂ ਨੂੰ ਸੰਗਠਿਤ ਕਰ ਦਿੱਤਾ। ਉਸਨੇ ਕਿਹਾ, ਜਾਓ ਅਤੇ ਲੋਕਾਂ ਨੂੰ 100 ਅਤੇ 50 ਵਿੱਚ ਵੰਡ ਦਿਓ। ਇਹ ਸੱਚਮੁੱਚ ਛੋਟੇ-ਛੋਟੇ ਸਮੂਹਾਂ ਦੀ ਸ਼ੁਰੂਆਤ ਹੈ। ਕੀ ਤੁਸੀਂ ਇਹ ਗੱਲ ਜਾਣਦੇ ਹੋ? ਇਸ ਤਰ੍ਹਾਂ ਇਹ ਸ਼ੁਰੂ ਹੋਇਆ। ਇਹ ਯਿਸੂ ਦੀ ਸੇਵਕਾਈ ਦੇ ਛੋਟੇ-ਛੋਟੇ ਸਮੂਹ ਹਨ ਅਤੇ ਉਹ ਹੁਣ
ਉਸਨੇ ਸਾਰਿਆਂ ਨੂੰ ਸੰਗਠਿਤ ਕਰ ਲਿਆ ਅਤੇ ਉਹ ਆਪਣੀਆਂ ਥਾਂ ਤੇ ਆਸਾਨੀ ਨਾਲ ਬੈਠ ਗਏ। ਭਾਗ ਐੜਾ ਯੋਜਨਾ ਨੂੰ ਪਵਿੱਤਰ ਕਰਨਾ ਅਤੇ ਲੋਕਾਂ ਨੂੰ ਸੰਗਠਿਤ ਕਰਨ ਤੋਂ ਬਾਅਦ ਦੂਜੀ ਗੱਲ ਉਹ ਯੋਜਨਾ ਨੂੰ ਪਵਿੱਤਰ ਕਰਦਾ ਹੈ। ਅਧਿਆਇ 6 ਦੀ 11 ਐਤ ਤੇ ਗੌਰ ਕਰੋ। ਤਦ ਯਿਸੂ ਨੇ ਰੋਟੀਆਂ ਲੈ ਲਈਆਂ ਅਤੇ ਸ਼ੁਕਰ ਕਰਕੇ ਉਹਨਾਂ ਨੂੰ ਬਿਠਾਇਆ ਹੋਇਆਂ ਨੂੰ ਵੰਡ ਦਿੱਤੀਆਂ ਔਰ ਉਸੇ ਤਰ੍ਹਾਂ ਮੱਛੀਆਂ ਵਿੱਚੋਂ ਵੀ ਜਿੰਨੀਆਂ ਉਹ ਚਾਹੁੰਦੇ ਸਨ। ਹੁਣ ਤੁਸੀਂ ਉਸ ਭੋਜਨ ਤੇ ਪਰਮੇਸ਼ਰ ਦੀ ਬਰਕਤ ਮੰਗਣ ਦੀ ਕਲਪਨਾ ਕਰ ਸਕਦੇ ਹੋ ਜਿਹੜਾ ਉੱਥੇ ਹੈ ਹੀ ਨਹੀਂ ਸੀ। ਮੈਂ ਯਿਸੂ ਨੂੰ ਆਪਣੇ ਚੇਲਿਆਂ ਸਾਹਮਣੇ ਉਸ ਥੋੜੇ ਜਿਹੇ ਭੋਜਨ ਨੂੰ ਲੈ ਕੇ ਖੜਾ ਵੇਖ ਸਕਦਾ ਹਾਂ। ਮੈਂ ਕਲਪਨਾ ਕਰ ਸਕਦਾ ਹਾਂ ਕਿ ਉਹ ਉਸ ਦੇ ਆਲੇ ਦੁਆਲੇ ਖੜੇ ਹਨ ਅਤੇ ਯਿਸੂ ਪ੍ਰਾਰਥਨਾ ਕਰਨੀ ਸ਼ੁਰੂ ਕਰਦਾ ਹੈ। ਹੁਣ ਪਿਆਰਿਓ, ਪ੍ਰਭੂ ਪਰਮੇਸ਼ਰ ਇਹਨਾਂ ਲੋਕਾਂ ਦੀ ਗਿਣਤੀ ਅਤੇ ਜ਼ਰੂਰਤ ਮੁਤਾਬਕ ਤੋਂ ਇਸ ਭੋਜਨ ਨੂੰ ਬਰਕਤ ਦੇ ਅਤੇ ਉਹ ਵੇਖ ਰਹੇ ਸਨ ਕਿ ਯਿਸੂ ਦੇ ਹੱਥ ਵਿੱਚ ਕਿੰਨਾ ਕੁ ਭੋਜਨ ਸੀ। ਉਸ ਦੇ ਕੋਲ ਥੋੜਾ ਜਿਹਾ ਭੋਜਨ ਸੀ। ਤੁਸੀਂ ਵੇਖੋ ਉਸ ਦਿਨ ਕੀ ਹੋਇਆ ਕਿ ਯਿਸੂ ਨੇ ਉਸ ਲਈ ਸ਼ੁਕਰ ਕੀਤਾ ਜੋ ਉਸ ਦੀਆਂ ਸਰੀਰਕ ਅੱਖਾਂ ਨੇ ਅਤੇ ਆਤਮਿਕ ਅੱਖੀਆਂ ਨੇ ਵੇਖਿਆ। ਉਸਨੇ ਨਾ ਸਿਰਫ ਉਹ ਵੇਖਿਆ ਜੋ ਉਸ ਦੇ ਕੋਲ ਸੀ, ਉਸਨੇ ਉਹ ਵੇਖਿਆ ਜੋ ਉਸ ਨੂੰ ਮਿਲਣ ਜਾ ਰਿਹਾ ਸੀ। ਉਸਨੇ ਨਾ ਸਿਰਫ ਉਹ ਵੇਖਿਆ ਜੋ ਉਸ ਦੇ ਹੱਥ ਵਿੱਚ ਸੀ, ਉਸਨੇ ਉਹ ਵੇਖਿਆ ਜੋ ਹੋਣ ਵਾਲਾ ਸੀ, ਕਿਉਂਕਿ ਜੋ ਉਸ ਨੂੰ ਦਿੱਤਾ ਗਿਆ ਸੀ ਹੁਣ ਉਸ ਨੂੰ ਵੱਖਰਾ ਬਣਾਉਣ ਲਈ ਉਸ ਦੀ ਸਾਮਰਥ ਨੂੰ ਸਮਰਪਿਤ ਕੀਤਾ ਗਿਆ ਸੀ। ਉਸ ਦੀ ਯੋਗਤਾ ਦਾ ਵੱਡਾਪਨ ਅਤੇ ਪਰਮੇਸ਼ਰ ਦੀ ਸੰਪੂਰਨ ਸਮਰੱਥ ਹੋਣ ਪ੍ਰਦਰਸ਼ ਹੋਣ ਵਾਲੀ ਸੀ ਅਤੇ ਇਸ ਲਈ ਯਿਸੂ ਨੇ ਆਪਣੇ ਸਵਰਗੀ ਬਾਪ ਨੂੰ ਇਸ ਭੋਜਨ ਤੇ ਬਰਕਤ ਦੇਣ ਲਈ ਕਿਹਾ ਜਿਹੜਾ ਭੀੜ ਨੂੰ ਵੰਡਿਆ ਜਾਣਾ ਸੀ। ਯਿਸੂ ਆਪਣੇ ਚੇਲਿਆਂ ਦੋਸਤਾਂ ਨੂੰ ਸਿਖਾ ਰਿਹਾ ਸੀ, ਭਾਵੇਂ ਉਹਨਾਂ ਕੋਲ ਜੋ ਕੁਝ ਵੀ ਹੋਵੇ ਇਸ ਦਾ ਕੋਈ ਫਰਕ ਨਹੀਂ। ਭਾਵੇਂ ਇਹ ਉਹਨਾਂ ਨੂੰ ਕਿੰਨਾ ਵੀ ਥੋੜਾ ਕਿਉਂ ਨਾ ਜਾਪਦਾ ਹੋਵੇ, ਇਸ ਦਾ ਕੋਈ ਫਰਕ ਨਹੀਂ ਪੈਂਦਾ। ਭਾਵੇਂ ਇਹ ਕਿੰਨਾ ਵੀ ਘੱਟ ਕਿਉਂ ਨਾ ਜਾਪੇ, ਜੇ ਉਹ ਇਸ ਨੂੰ ਪਰਮੇਸ਼ਰ ਅੱਗੇ ਸੌਂਪਣਗੇ ਅਤੇ ਉਸ ਨੂੰ ਇਸ ਤੇ ਬਰਕਤ ਦੇ ਦੇਣਗੇ, ਇਹ ਕਾਫੀ ਹੋ ਜਾਵੇਗਾ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਇਸੇ ਤਰ੍ਹਾਂ ਹੀ ਹੈ। ਥੋੜਾ ਵੀ ਬਹੁਤ ਹੁੰਦਾ ਹੈ ਜੇ ਇਸ ਵਿੱਚ ਪਰਮੇਸ਼ਰ ਹੋਵੇ। ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਉਸ ਕੋਲ ਲਿਆਉਣ ਲਈ ਸਾਡੇ ਕੋਲ ਬਹੁਤ ਜ਼ਿਆਦਾ ਨਹੀਂ ਹੈ, ਪਰ ਜਦੋਂ ਅਸੀਂ ਉਸ ਕੋਲ ਲਿਆਉਂਦੇ ਹਾਂ ਜੋ ਸਾਡੇ ਕੋਲ ਹੁੰਦਾ ਹੈ ਅਤੇ ਉਸ ਨੂੰ ਦੇ ਦਿੰਦੇ ਹਾਂ ਅਤੇ ਉਸ ਨੂੰ ਇਸ ਤੇ ਬਰਕਤ ਦੇਣ ਦਿੰਦੇ ਹਾਂ, ਉਹ ਇਸ ਨੂੰ ਕਈ ਗੁਣਾ ਵਧਾ ਦਿੰਦਾ ਹੈ ਅਤੇ ਇਹ ਸਾਡੀ ਜ਼ਰੂਰਤ ਲਈ ਕਾਫੀ ਹੁੰਦਾ ਹੈ, ਭਾਵੇਂ ਸਾਡੀ ਜ਼ਰੂਰਤ ਕੋਈ ਵੀ ਕਿਉਂ ਨਾ ਹੋਵੇ। ਇਸ ਲਈ ਜਦ ਕਿ ਅਸੀਂ ਸਮੱਸਿਆਵਾਂ ਨੂੰ ਹੱਲ ਕਰ ਰਹੇ ਹਾਂ, ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਦਾ ਹਾਂ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਹਾਡੀ ਸਮੱਸਿਆ ਲਈ ਪਰਮੇਸ਼ਰ ਕਾਫੀ ਵੱਡਾ ਹੈ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਹਾਂ ਉਹ ਹੈ? ਕਿਉਂਕਿ ਮੇਰੇ ਦੋਸਤੋ, ਜੇ ਤੁਸੀਂ ਵਿਸ਼ਵਾਸ ਨਹੀਂ ਕਰਦੇ ਹੋ ਤਾਂ ਕੁਝ ਵੀ ਨਹੀਂ ਹੋਵੇਗਾ। ਉਸ ਪ੍ਰਤੀ ਸਾਡੀ ਧਾਰਨਾ ਸਹੀ ਹੋਣੀ ਚਾਹੀਦੀ ਹੈ ਅਤੇ ਫਿਰ ਸਾਨੂੰ ਆਪਣੀ ਕਮੀ ਉਸ ਅੱਗੇ ਰੱਖਣੀ ਚਾਹੀਦੀ ਹੈ ਤਾਂ ਕਿ ਉਹ ਸਾਡੀ ਸਮੱਸਿਆ ਵਿੱਚ ਸ਼ਾਮਲ ਹੋ ਸਕੇ। ਭਾਗ ਈੜੀ ਕਾਰਜਕਰਮ ਦਾ ਇੰਤਜ਼ਾਮ ਕਰਨਾ। ਸੋ ਲੋਕਾਂ ਨੂੰ ਸੰਗਠਿਤ ਕਰਨਾ, ਯੋਜਨਾ ਨੂੰ ਪਵਿੱਤਰ ਕਰਨਾ ਅਤੇ ਫਿਰ ਤੀਜੀ ਗੱਲ ਕਾਰਜਕਰਮ ਦਾ ਇੰਤਜ਼ਾਮ ਕਰਨਾ। ਐਤ 11। ਤਦ ਯਿਸੂ ਨੇ ਰੋਟੀਆਂ ਲੈ ਲਈਆਂ ਤੇ ਸ਼ੁਕਰ ਕਰਕੇ ਉਹਨਾਂ ਨੂੰ ਬਿਠਾਇਆ ਹੋਇਆਂ ਨੂੰ ਵੰਡ ਦਿੱਤੀਆਂ ਔਰ ਉਸੇ ਤਰ੍ਹਾਂ ਮੱਛੀਆਂ ਵਿੱਚੋਂ ਵੀ ਜਿੰਨੀਆਂ ਉਹ ਚਾਹੁੰਦੇ ਸਨ। ਹੁਣ ਗੌਰ ਕਰੋ, ਮੁੰਡਾ, ਭੋਜਨ, ਚੇਲੇ, ਭੀੜ, ਰੋਟੀਆਂ ਅਤੇ ਮੱਛੀਆਂ ਵਿੱਚ ਵਾਧਾ। ਯਿਸੂ ਕਦੀ ਵੇਰਵਾ ਨਹੀਂ ਭੁੱਲਦਾ। ਕਈ ਸਮੇਂ ਹੁੰਦੇ ਹਨ ਜਦੋਂ ਅਸੀਂ ਜ਼ਬਰਦਸਤ ਸਫਲਤਾ ਤੋਂ ਇਲਾਵਾ ਹੋਰ ਕਿਸੇ ਵੀ ਚੀਜ਼ ਲਈ ਤਿਆਰ ਹੁੰਦੇ ਹਾਂ। ਉਸ ਦਿਨ ਸਫਲਤਾ ਜ਼ਬਰਦਸਤ ਸੀ ਅਤੇ ਯਿਸੂ ਇਸ ਲਈ ਤਿਆਰ ਸੀ। ਭਾਗ ਸੱਸਾ ਤਰੱਕੀ ਦਾ ਮੁਲੰਕਣ ਕਰਨਾ। ਸੋ ਉਹਨਾਂ ਲੋਕਾਂ ਨੂੰ ਸੰਗਠਿਤ ਕੀਤਾ, ਉਹਨਾਂ ਨੇ ਯੋਜਨਾ ਨੂੰ ਪਵਿੱਤਰ ਕੀਤਾ, ਉਹਨਾਂ ਨੂੰ ਕਾਰਜਕਰਮ ਦਾ ਇੰਤਜ਼ਾਮ ਕੀਤਾ ਅਤੇ ਹੁਣ ਅਸੀਂ ਇਸ ਪ੍ਰਕਿਰਿਆ ਦੇ ਅੰਤ ਵਿੱਚ ਹਾਂ। ਹੁਣ ਸਮਾਂ ਹੈ ਕਿ ਤਰੱਕੀ ਦਾ ਮੁਲੰਕਣ ਕੀਤਾ ਜਾਵੇ। ਕੀ ਇਹ ਯੋਜਨਾ ਸਫਲ ਹੋਈ? ਇਹ ਸਭ ਕਿਵੇਂ ਵਰਪਿਆ? ਆਓ ਹੁਣ ਇੱਕ ਸੂਚੀ ਬਣਾਈਏ। ਆਓ ਹੁਣ ਇਸ ਚਮਤਕਾਰ ਦਾ ਮੁਆਇਨਾ ਕਰੀਏ। ਆਓ ਹੁਣ ਸਮੱਸਿਆ ਦੇ ਹੱਲ ਤੇ ਨਜ਼ਰ ਮਾਰੀਏ ਅਤੇ ਵੇਖੀਏ ਇਹ ਕਿਵੇਂ ਨਿਕਲਿਆ। ਨੰਬਰ 1, ਲੋਕ ਰੱਜ ਗਏ। ਖੈਰ, ਸਭ ਤੋਂ ਪਹਿਲਾਂ 6 ਅਧਿਆਇ ਦੀ 11 ਐਤ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਲੋਕ ਰੱਜ ਗਏ। ਯੂਹੰਨਾ ਕਹਿੰਦਾ ਹੈ ਜਿੰਨੀਆਂ ਉਹ ਚਾਹੁੰਦੇ ਸਨ ਅਤੇ ਜਾਂ ਉਹ ਰੱਜ ਗਏ ਤਾਂ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਬਚਿਆ ਹੋਇਆਂ ਟੁਕੜਿਆਂ ਨੂੰ ਇਕੱਠਾ ਕਰੋ, ਭਾਈ ਕੁਝ ਖਰਾਬ ਨਾ ਹੋ ਜਾਵੇ। ਸੋ ਉਹਨਾਂ ਨੇ ਇਕੱਠਾ ਕੀਤਾ ਤੇ ਜਮਾਂ ਦੀਆਂ ਰੋਟੀਆਂ ਤੇ ਟੁਕੜਿਆਂ ਨਾਲ ਜਿਹੜੇ ਖਾਣ ਤੋਂ ਬਚੇ ਸਨ 12 ਟੋਕਰੀਆਂ ਭਰ ਦਿੱਤੀਆਂ। ਹਰੇਕ ਲਈ ਕਾਫੀ ਭੋਜਨ ਸੀ।
ਇਹ ਕਹਿੰਦਾ ਹੈ ਕਿ ਉਹ ਜਿੰਨਾ ਚਾਹੁੰਦੇ ਸਨ ਉਹਨਾਂ ਨੇ ਓਨਾ ਲਿਆ। ਜਿੰਨਿਆਂ ਨੇ ਉਹ ਚਾਹੁੰਦੇ ਸਨ, ਉਸ ਦਿਨ ਤੁਸੀਂ ਕੁਝ ਸੈਕਿੰਡ ਲਈ ਵਾਪਸ ਜਾ ਸਕਦੇ ਜਿੰਨਾ ਤੁਸੀਂ ਚਾਹੁੰਦੇ ਸੀ। ਕਿਸੇ ਨੇ ਇਸ ਬਾਰੇ ਕੁਝ ਨਹੀਂ ਕਿਹਾ। ਤੁਹਾਨੂੰ ਉਹ ਮਿਲ ਗਿਆ ਜਿਸ ਦੀ ਤੁਹਾਨੂੰ ਜ਼ਰੂਰਤ ਸੀ। ਅਤੇ ਪਵਿੱਤਰ ਵਚਨ ਕਹਿੰਦਾ ਹੈ, ਜਿੰਨਾ ਉਹ ਖਾਣਾ ਚਾਹੁੰਦੇ ਸਨ, ਉਹਨਾਂ ਨੇ ਖਾ ਕੇ ਵੀ 12 ਟੋਕਰੀਆਂ ਬਚ ਗਈਆਂ ਸਨ। ਹਾਲੇ ਵੀ ਕੁਝ ਟੁਕੜੇ ਬਚੇ ਗਏ ਸਨ ਅਤੇ ਚੇਲਿਆਂ ਨੇ ਇੱਧਰ ਉੱਧਰ ਜਾ ਕੇ ਸਾਰੇ ਟੁਕੜੇ ਇਕੱਠੇ ਕੀਤੇ ਤੇ ਕੁੱਲ ਮਿਲਾ ਕੇ 12 ਟੋਕਰੀਆਂ ਬਚ ਗਈਆਂ ਸਨ। ਹੁਣ ਇਸ ਦਾ ਕੀ ਮਤਲਬ ਹੈ? ਮੈਂ ਇਸ ਬਾਰੇ ਕਈ ਤਰ੍ਹਾਂ ਦੀਆਂ ਮੂਰਖਤਾ ਵਾਲੀਆਂ ਗੱਲਾਂ ਸੁਣੀਆਂ ਹਨ। ਕਈ ਕਹਿੰਦੇ ਹਨ ਇਹ 12 ਟੋਕਰੀਆਂ ਇਜ਼ਰਾਈਲ ਦੇ 12 ਗੋਤਾਂ ਨੂੰ ਦਰਸਾਉਂਦੀਆਂ ਹਨ। ਇਹ ਕੀ ਹੈ? ਮੈਂ ਇਸ ਨੂੰ ਬਿਲਕੁਲ ਨਹੀਂ ਸਮਝਦਾ। ਮੇਰਾ ਮਤਲਬ ਹੈ, ਮੈਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਇਸ ਵਿੱਚੋਂ ਕੁਝ ਨਹੀਂ ਲੱਭਾ। ਕੀ ਤੁਸੀਂ ਜਾਣਦੇ ਹੋ ਮੈਂ ਕੀ ਸੋਚਦਾ ਹਾਂ? ਮੈਂ ਇਹ ਸੋਚਦਾ ਹਾਂ, ਚੇਲਿਆਂ ਨੇ ਯਿਸੂ ਦੀ ਮਦਦ ਕਰਨ ਲਈ ਸਾਰਾ ਦਿਨ ਮਿਹਨਤ ਕੀਤੀ ਸੀ ਅਤੇ 15,000 ਲੋਕਾਂ ਨੂੰ ਭੋਜਨ ਕਰਾਉਣ ਤੋਂ ਬਾਅਦ ਯਿਸੂ ਨੇ ਇਸ ਗੱਲ ਨੂੰ ਪੱਕਾ ਕੀਤਾ ਕਿ ਉਹਨਾਂ ਵਾਸਤੇ ਕੱਲ੍ਹ ਲਈ ਵੀ ਭੋਜਨ ਬਚ ਜਾਵੇ, ਤਾਂ ਕਿ ਉਹਨਾਂ ਕੋਲ ਕੱਲ੍ਹ ਵਾਸਤੇ ਭੋਜਨ ਦੀ ਚਿੰਤਾ ਨਾ ਕਰਨੀ ਪਵੇ। ਉਹਨਾਂ ਕੋਲ ਆਪਣੇ ਨਾਲ ਲੈ ਕੇ ਜਾਣ ਲਈ ਵੀ ਭੋਜਨ ਬਚ ਗਿਆ ਸੀ। ਕੀ ਇਸ ਦਾ ਕੋਈ ਮਤਲਬ ਹੈ? ਪਰਮੇਸ਼ਰ ਹਮੇਸ਼ਾ ਆਪਣੇ ਸੇਵਕਾਂ ਨੂੰ ਇਨਾਮ ਦਿੰਦਾ ਹੈ। ਕੀ ਤੁਸੀਂ ਗੌਰ ਕੀਤਾ ਹੈ? ਤੁਸੀਂ ਸਾਰਾ ਦਿਨ ਉਸ ਦੀ ਸੇਵਾ ਕਰਦਿਆਂ ਗੁਜ਼ਾਰਦੇ ਹੋ, ਉਹ ਤੁਹਾਨੂੰ ਆਪਣੇ ਨਾਲ ਘਰ ਜਾਣ ਲਈ ਟੋਕਰੀ ਦੇਵੇਗਾ ਤਾਂ ਜੋ ਤੁਹਾਡੇ ਕੋਲ ਕਾਫੀ ਹੋਵੇ। ਉਸ ਨੇ ਕੁਝ ਨਹੀਂ ਲਿਆ ਅਤੇ ਇਸ ਹੱਦ ਤੱਕ ਦਾਅਵਤ ਬਣਾ ਦਿੱਤੀ ਕਿ ਫਾਲਤੂ ਵੀ ਬਚ ਗਿਆ। ਮੈਂ ਤੁਹਾਨੂੰ ਯਾਦ ਕਰਾਉਣਾ ਕਿ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਪਰਮੇਸ਼ਰ ਉਸ ਤੋਂ ਵੱਧ ਕਰਨ ਦੇ ਯੋਗ ਹੈ ਜੋ ਅਸੀਂ ਉਸ ਨੂੰ ਕਰਨ ਲਈ ਕਹਿੰਦੇ ਹਾਂ ਜਾਂ ਸੋਚਦੇ ਹਾਂ। ਤੁਸੀਂ ਜਾਣਦੇ ਹੋ, ਜੇ ਤੁਹਾਨੂੰ ਕੋਈ ਸਮੱਸਿਆ ਹੈ, ਸਰਵ ਸ਼ਕਤੀਮਾਨ ਪਰਮੇਸ਼ਰ ਇਸ ਨੂੰ ਸਿਰਫ ਹੱਲ ਹੀ ਨਹੀਂ ਕਰਨਾ ਚਾਹੁੰਦਾ ਤਾਂ ਕਿ ਤੁਸੀਂ ਇਸ ਸਮੱਸਿਆ ਵਿੱਚੋਂ ਬਾਹਰ ਨਿਕਲ ਜਾਓ। ਉਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ ਤਾਂ ਕਿ ਤੁਸੀਂ ਜਿੱਤ ਨਾਲ ਆਪਣੇ ਹੱਥ ਉੱਚੇ ਕਰਕੇ ਜਾ ਸਕੋ। ਉਹ ਨਿਰਾ ਤੁਹਾਡੀਆਂ ਸਮੱਸਿਆ ਨੂੰ ਹੱਲ ਹੀ ਨਹੀਂ ਕਰਦਾ ਪਰ ਤੁਹਾਨੂੰ ਤੁਹਾਡੀ ਸਮੱਸਿਆ ਤੇ ਜਿੱਤ ਦੇਣਾ ਚਾਹੁੰਦਾ ਹੈ ਤਾਂ ਕਿ ਤੁਸੀਂ ਇਸ ਦਰਦ ਨੂੰ ਮਹਿਸੂਸ ਨਾ ਕਰੋ। ਨੰਬਰ 2, ਮੁਕਤੀਦਾਤਾ ਦੀ ਮਹਿਮਾ ਹੋਈ ਅਤੇ ਉਸ ਦਿਨ ਲੋਕ ਰੱਜ ਗਏ। ਦੂਜੀ ਗੱਲ, ਮੁਕਤੀਦਾਤਾ ਦੀ ਮਹਿਮਾ ਹੋਈ। ਧਿਆਨ ਦਿਓ ਐਤ 14 ਕੀ ਕਹਿੰਦੀ ਹੈ। ਉਪਰੰਤ ਉਹਨਾਂ ਲੋਕਾਂ ਨੇ ਇਹ ਨਿਸ਼ਾਨ ਜਿਹੜਾ ਉਸ ਨੇ ਵਿਖਾਇਆ ਸੀ ਵੇਖ ਕੇ ਸੱਚਮੁੱਚ ਇਹੋ ਹੀ ਨਬੀ ਹੈ ਜਿਹੜਾ ਜਗਤ ਵਿੱਚ ਆਉਣ ਵਾਲਾ ਹੈ, ਇਹ ਕਹਿੰਦੇ ਸੁਣਿਆ। ਹੁਣ ਸਾਨੂੰ ਪੱਕਾ ਪਤਾ ਨਹੀਂ ਹੈ ਕਿ ਇਸ ਤੋਂ ਉਹਨਾਂ ਦਾ ਕੀ ਮਤਲਬ ਸੀ। ਸ਼ਾਇਦ ਉਹ ਪੁਰਾਣੇ ਨੇਮ ਵਿੱਚ ਮੂਸਾ ਬਾਰੇ ਅਤੇ ਸਵਰਗ ਤੋਂ ਆਉਣ ਵਾਲੇ ਮੰਨੇ ਬਾਰੇ ਸੋਚ ਰਹੇ ਸਨ। ਕੀ ਤੁਹਾਨੂੰ ਯਾਦ ਹੈ? ਜਾਂ ਸ਼ਾਇਦ ਉਹ ਏਲੀਆ ਬਾਰੇ ਸੋਚ ਰਹੇ ਸਨ ਜਿਸ ਨੂੰ ਸਰਬ ਸ਼ਕਤੀਮਾਨ ਪਰਮੇਸ਼ਰ ਨੇ ਰਚਾਇਆ ਸੀ। ਜਾਂ ਸ਼ਾਇਦ ਉਹਨਾਂ ਦਾ ਮਤਲਬ ਸੀ ਕਿ ਇਹ ਮਸੀਹਾ ਹੈ ਜਿਸ ਦੇ ਬਾਰੇ ਪੁਰਾਣੇ ਨੇਮ ਵਿੱਚ ਸਾਰੇ ਗੱਲ ਕਰਦੇ ਸਨ। ਉਹ ਆ ਚੁੱਕਾ ਹੈ ਅਤੇ ਇਹ ਚਮਤਕਾਰ ਇਹ ਪ੍ਰਦਰਸ਼ ਕਰਦਾ ਹੈ ਕਿ ਉਹ ਜੋ ਹੋਣ ਦਾ ਦਾਅਵਾ ਕਰਦਾ ਹੈ ਉਹੀ ਹੈ, ਅਰਥਾਤ ਪਰਮੇਸ਼ਰ ਦਾ ਪੁੱਤਰ। ਨੰਬਰ 3, ਸਿਧਾਂਤ ਦੀ ਮਹਿਮਾ। ਅਤੇ ਉਸ ਦਿਨ ਲੋਕ ਰੱਜ ਗਏ ਸਨ ਅਤੇ ਪ੍ਰਭੂ ਦੀ ਮਹਿਮਾ ਹੋਈ ਸੀ ਅਤੇ ਅਖੀਰ ਵਿੱਚ ਸਿਧਾਂਤ ਦੀ ਮਹਿਮਾ ਹੋਈ। ਅਤੇ ਇਹ ਕੀ ਹੈ? ਯਿਸੂ ਨੇ ਇਹ ਚਮਤਕਾਰ ਕਰਨ ਲਈ ਕਿਹੜਾ ਸਿਧਾਂਤ ਵਰਤਿਆ? ਮੈਂ ਤੁਹਾਨੂੰ ਦੱਸਦਾ ਹਾਂ, ਕਿਉਂਕਿ ਇਹ ਬਹੁਤ ਹੀ ਅਦਭੁਤ ਹੈ। ਇਹ ਦੇਣ ਦਾ ਸਿਧਾਂਤ ਹੈ। ਯਿਸੂ ਨੇ ਉਸ ਦਿਨ ਦੇਣ ਦਾ ਸਿਧਾਂਤ ਵਰਤਿਆ। ਸਿਧਾਂਤ ਜਿਹੜਾ ਚਮਤਕਾਰ ਦੀ ਵਿਆਖਿਆ ਕਰਦਾ ਹੈ, ਦੇਣ ਦਾ ਸਿਧਾਂਤ ਹੈ। ਯਿਸੂ ਨੇ ਇਹ ਚਮਤਕਾਰ ਕਰਨ ਲਈ ਸਿਧਾਂਤ ਵਰਤਿਆ। ਮੁੰਡੇ ਨੇ ਅੰਦਰਿਆਸ ਨੂੰ ਦਿੱਤਾ, ਅੰਦਰਿਆਸ ਨੇ ਯਿਸੂ ਨੂੰ ਦਿੱਤਾ, ਯਿਸੂ ਨੇ ਚੇਲਿਆਂ ਨੂੰ ਦਿੱਤਾ ਅਤੇ ਚੇਲਿਆਂ ਨੇ ਭੀੜ ਨੂੰ ਦਿੱਤਾ। ਅਤੇ ਉੱਥੇ 12 ਟੋਕਰੀਆਂ ਬਚ ਗਈਆਂ ਸਨ ਤਾਂ ਕਿ ਜੇ ਉਹ ਚਾਹੁਣ ਤਾਂ ਹੋਰ ਦੇ ਸਕਦੇ ਸਨ। ਦੇਣ ਦੀ ਲਾਗ ਲੱਗ ਗਈ। ਜਿੰਨਾ ਜ਼ਿਆਦਾ ਦਿੱਤਾ ਗਿਆ, ਦੇਣ ਲਈ ਉਨਾ ਜ਼ਿਆਦਾ ਸੀ। ਜਦੋਂ ਦਿੱਤਾ ਗਿਆ, ਪਰਮੇਸ਼ਰ ਮਨੁੱਖ ਦੇ ਕੰਮਾਂ ਵਿੱਚ ਚੱਲਿਆ ਅਤੇ ਉਸਨੇ ਆਪਣੇ ਵਸੀਲੇ ਬਖਸ਼ੇ। ਮੈਂ ਨਹੀਂ ਜਾਣਦਾ ਇਹ ਚਮਤਕਾਰ ਕਿਵੇਂ ਹੋਇਆ, ਪਰ ਸ਼ਾਇਦ ਇਹ ਇਸੇ ਤਰ੍ਹਾਂ ਹੀ ਹੋਣਾ ਸੀ। ਯਿਸੂ ਨੇ ਰੋਟੀਆਂ ਅਤੇ ਮੱਛੀਆਂ ਆਪਣੇ ਹੱਥ ਵਿੱਚ ਫੜੀਆਂ ਅਤੇ ਚੇਲਿਆਂ ਨੇ ਆਪਣੀਆਂ ਆਪਣੀਆਂ ਟੋਕਰੀਆਂ ਵਿੱਚ ਪਾਈਆਂ ਤਾਂ ਕਿ ਉਹ ਲੋਕਾਂ ਵਿੱਚ ਵੰਡ ਸਕਦਾ। ਅਤੇ ਯਿਸੂ ਆਪਣੇ ਹੱਥ ਵਿੱਚੋਂ ਦਿੰਦਾ ਰਿਹਾ ਅਤੇ ਹਰ ਵਾਰ ਜਦੋਂ ਉਹ ਦਿੰਦਾ ਸੀ, ਉਸ ਦਾ ਹੱਥ ਫਿਰ ਭਰ ਜਾਂਦਾ ਸੀ। ਹਰ ਵਾਰ ਜਦੋਂ ਉਹ ਦਿੰਦਾ ਸੀ, ਹੋਰ ਜ਼ਿਆਦਾ ਹੋ ਜਾਂਦੀਆਂ ਸਨ ਅਤੇ ਉਹ ਦਿੰਦਾ ਗਿਆ ਅਤੇ ਦੇਣਾ ਬੰਦ ਨਹੀਂ ਹੋਇਆ। ਇਸ ਲਈ ਚਮਤਕਾਰ ਯਿਸੂ ਦੇ ਹੱਥ ਵਿੱਚ ਹੋਇਆ ਅਤੇ ਉਹ ਇਸ ਨੂੰ ਦਿੰਦਾ ਗਿਆ। ਮੈਂ ਨਹੀਂ ਸੋਚਦਾ ਕਿ ਰੋਟੀਆਂ ਅਤੇ ਮੱਛੀਆਂ ਟੋਕਰੀਆਂ ਵਿੱਚ ਵੱਧਦੀਆਂ ਹੋਣਗੀਆਂ। ਮੈਂ ਸੋਚਦਾ ਹਾਂ ਇਹ ਯਿਸੂ ਦੇ ਹੱਥ ਵਿੱਚ ਵੱਧਦੀਆਂ ਹੋਣਗੀਆਂ।
ਅਤੇ ਮੈਂ ਆਪਣੀ ਜ਼ਿੰਦਗੀ ਵਿੱਚ ਵੀ ਖੋਜ ਕੀਤੀ ਅਤੇ ਇਹ ਇੱਕ ਬਹੁਤ ਹੀ ਸਰਲ ਸਿਧਾਂਤ ਹੈ। ਆਕਾਸ਼ ਦੇ ਹੇਠਾਂ ਕੋਈ ਤਰੱਕੀ ਨਹੀਂ ਕਿ ਤੁਸੀਂ ਪਰਮੇਸ਼ਰ ਤੋਂ ਵੱਧ ਦੇ ਸਕੋ। ਤੁਸੀਂ ਭਾਵੇਂ ਉਸ ਨੂੰ ਜੋ ਕੁਝ ਵੀ ਦਿੰਦੇ ਹੋ, ਉਹ ਇਹ ਤੁਹਾਨੂੰ ਵਾਪਸ ਮੋੜ ਦਿੰਦਾ ਹੈ ਅਤੇ ਬਾਰ-ਬਾਰ ਦਿੰਦਾ ਰਹਿੰਦਾ ਹੈ ਅਤੇ ਇਹ ਦੇਣ ਦੀ ਲਾਗ ਹੈ ਤਾਂ ਕਿ ਅੱਜ ਅਸੀਂ ਆਪਣੀ ਮੁਖਤਿਆਰੀ ਵਿੱਚੋਂ ਰੋਟੀਆਂ ਤੇ ਮੱਛੀਆਂ ਦੇ ਵਧਣ ਦੇ ਇਸ ਚਮਤਕਾਰ ਵਿੱਚ ਹਿੱਸਾ ਲੈ ਸਕੀਏ। ਹੁਣ ਇਹ ਇੱਕ ਮਹਾਨ ਕਹਾਣੀ ਹੈ ਅਤੇ ਤੁਸੀਂ ਦੱਸ ਸਕਦੇ ਹੋ ਇਸ ਬਾਰੇ ਬਹੁਤ ਉਤਸ਼ਾਹਿਤ ਹਾਂ। ਪਰ ਇੱਥੇ ਸਵਾਲ ਇਹ ਹੈ, ਯਿਸੂ ਨੇ ਇਹ ਕਿਉਂ ਕੀਤਾ? ਜਦੋਂ ਉਸਨੇ ਰੋਟੀਆਂ ਅਤੇ ਮੱਛੀਆਂ ਵਿੱਚ ਵਾਧਾ ਪਾਇਆ ਤੇ ਉਸ ਦੇ ਮਨ ਵਿੱਚ ਕੀ ਸੀ? ਉਹ ਇਹ ਸਿਰਫ ਸੰਸਲੀ ਲਈ ਨਹੀਂ ਕਰ ਰਿਹਾ ਸੀ। ਉਹ ਇੱਕ ਮਸ਼ਹੂਰ ਸਿਤਾਰਾ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ। ਉਹ ਲੋਕਾਂ ਦੀ ਵਾਹ-ਵਾਹ ਲੈਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ। ਯਿਸੂ ਨੇ ਇਸ ਕਾਰਨ ਕਦੀ ਚਮਤਕਾਰ ਨਹੀਂ ਕੀਤਾ। ਜਦ ਕਦੇ ਵੀ ਯਿਸੂ ਨੇ ਕੋਈ ਚਮਤਕਾਰ ਕੀਤਾ, ਉਸ ਦਾ ਮਕਸਦ ਹਮੇਸ਼ਾ ਕਿਸੇ ਦੀ ਮਦਦ ਕਰਨਾ ਅਤੇ ਕਿਸੇ ਨੂੰ ਕੁਝ ਸਿਖਾਉਣਾ ਸੀ। C.S. ਲੂਇਸ ਇੱਕ ਬਹੁਤ ਹੀ ਸਮਝਦਾਰ ਬੰਦਾ ਇਸ ਦੀ ਉਹਨਾਂ ਸ਼ਬਦਾਂ ਵਿੱਚ ਵਿਆਖਿਆ ਕਰਦਾ ਹੈ ਜੋ ਮੈਂ ਸੋਚਦਾ ਹਾਂ, ਜੋ ਭਰਮ ਪੈਦਾ ਕਰਨ ਵਾਲੇ ਹਨ। ਇਸ ਨੂੰ ਬੜੇ ਧਿਆਨ ਨਾਲ ਸੁਣੋ। ਉਹ ਕਹਿੰਦਾ ਹੈ, ਪਰਮੇਸ਼ਰ ਅਚਾਨਕ ਅਤੇ ਸਥਾਨਿਕ ਤੌਰ ਤੇ ਕੁਝ ਕਰਦਾ ਹੈ ਜੋ ਪਰਮੇਸ਼ਰ ਕਰ ਚੁੱਕਾ ਹੈ ਜਾਂ ਆਮ ਤੌਰ ਤੇ ਕਰੇਗਾ। ਹਰ ਚਮਤਕਾਰ ਸਾਡੇ ਲਈ ਛੋਟੇ ਅੱਖਰਾਂ ਵਿੱਚ ਅਜਿਹੀ ਚੀਜ਼ ਲਿਖਦਾ ਹੈ ਜੋ ਪਰਮੇਸ਼ਰ ਪਹਿਲਾਂ ਹੀ ਲਿਖ ਚੁੱਕਾ ਹੈ ਜਾਂ ਵੱਡੇ ਅੱਖਰਾਂ ਵਿੱਚ ਲਿਖੇਗਾ ਤਾਂ ਕਿ ਉਸ ਵੱਲ ਧਿਆਨ ਜਾ ਸਕੇ। ਹੁਣ ਸੁਣੋ, ਰੋਟੀਆਂ ਅਤੇ ਮੱਛੀਆਂ ਦਾ ਚਮਤਕਾਰ ਛੋਟੇ ਅੱਖਰਾਂ ਵਿੱਚ ਸੀ। ਯਿਸੂ ਨੇ ਉਹ ਚਮਤਕਾਰ ਛੋਟੇ ਅੱਖਰਾਂ ਵਿੱਚ ਲਿਖਿਆ। ਨਵੇਂ ਜਨਮ ਦਾ ਚਮਤਕਾਰ ਜਿਸ ਦੀ ਜਾਣ ਪਛਾਣ ਉਹ ਯਹੂਨਾ 6 ਅਧਿਆਇ ਵਿੱਚ ਕਰਾਉਣ ਵਾਲਾ ਹੈ, ਸਭ ਤੋਂ ਵੱਡਾ ਮਕਸਦ ਹੈ ਜਿਸ ਲਈ ਯਿਸੂ ਨੇ ਉਸ ਦਿਨ ਚਮਤਕਾਰ ਕੀਤਾ ਅਤੇ ਉਹ ਅਸਲ ਵਿੱਚ ਬਾਅਦ ਵਿੱਚ ਸਾਨੂੰ 6 ਅਧਿਆਇ ਵਿੱਚ ਕਹਿੰਦਾ ਹੈ। ਜੇ ਤੁਹਾਡੇ ਕੋਲ ਬਾਈਬਲਾਂ ਹਨ ਤਾਂ ਯਹੂਨਾ 6 ਅਧਿਆਇ ਖੋਲੋ ਅਤੇ ਐਤ 33 ਤੇ ਨਜ਼ਰ ਮਾਰੋ। ਕਿਉਂਕਿ ਪਰਮੇਸ਼ਰ ਦੀ ਰੋਟੀ ਉਹ ਹੈ ਜੋ ਸਵਰਗੋਂ ਉਤਰਦੀ ਹੈ ਅਤੇ ਸੰਸਾਰ ਨੂੰ ਜਿਉਣ ਦਿੰਦੀ ਹੈ। ਤਾਂ ਉਹਨਾਂ ਨੇ ਉਸ ਨੂੰ ਆਖਿਆ, ਪ੍ਰਭੂ ਜੀ, ਸਾਨੂੰ ਸਦਾ ਇਹ ਰੋਟੀ ਦਿਆ ਕਰੋ। ਯਿਸੂ ਨੇ ਉਹਨਾਂ ਨੂੰ ਆਖਿਆ, ਜਿਉਣ ਦੀ ਰੋਟੀ ਮੈਂ ਹਾਂ। ਜੋ ਮੇਰੇ ਕੋਲ ਆਉਂਦਾ ਹੈ ਉਹ ਮੁੱਲੋਂ ਭੁੱਖਾ ਨਾ ਹੋਵੇਗਾ ਅਤੇ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਕਦੇ ਵੀ ਧਿਆਇਆ ਨਾ ਹੋਵੇਗਾ। ਯਿਸੂ ਦਾ ਲੰਮੇ ਸਮੇਂ ਪਹਿਲੇ ਕੀਤਾ ਅਦਭੁਤ ਚਮਤਕਾਰ ਅੱਜ ਵੀ ਜਾਰੀ ਹੈ ਅਤੇ ਇਹ ਜਦੋਂ ਵੀ ਹੁੰਦਾ ਹੈ ਹੋਰ ਵੀ ਜ਼ਿਆਦਾ ਅਦਭੁਤ ਹੁੰਦਾ ਹੈ। ਜਦੋਂ ਲੋਕ ਇਸ ਨੂੰ ਜੀਵਨ ਦੀ ਰੋਟੀ ਵਜੋਂ ਕਬੂਲ ਕਰਦੇ ਹਨ, ਉਹਨਾਂ ਦੀ ਭੁੱਖ ਮਿਟ ਜਾਂਦੀ ਹੈ। ਸਿਰਫ ਅਗਲੇ ਦਿਨ ਤੱਕ ਹੀ ਨਹੀਂ ਸਗੋਂ ਸਦਾ ਲਈ। ਹਫ਼ਤੇ ਦਰ ਹਫ਼ਤਾ ਅਸੀਂ ਇਸ ਕਹਾਣੀ ਨੂੰ ਸੁਣਦੇ ਰਹਿੰਦੇ ਹਾਂ। ਉਸ ਚੀਜ਼ ਦੀ ਕਹਾਣੀ ਜੋ ਉਸ ਸ਼ਖਸ ਦੀ ਜ਼ਿੰਦਗੀ ਵਿੱਚੋਂ ਗਾਇਬ ਸੀ ਜਦੋਂ ਤੱਕ ਯਿਸੂ ਉਸ ਦੀ ਜ਼ਿੰਦਗੀ ਵਿੱਚ ਨਹੀਂ ਆਇਆ, ਕਿਉਂਕਿ ਯਿਸੂ ਜੀਵਨ ਦੀ ਰੋਟੀ ਹੈ ਅਤੇ ਉਹੀ ਹੈ ਜੋ ਤੁਹਾਨੂੰ ਤ੍ਰਿਪਤ ਕਰ ਸਕਦਾ ਹੈ ਅਤੇ ਹਰ ਕੋਈ ਨਹੀਂ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਸਾਰੇ ਪਰਮੇਸ਼ਰ ਦੁਆਰਾ ਬਣਾਏ ਗਏ ਹਾਂ ਅਤੇ ਅਸੀਂ ਪਰਮੇਸ਼ਰ ਦੇ ਸਰੂਪ ਤੇ ਬਣਾਏ ਗਏ ਹਾਂ ਅਤੇ ਇਸ ਦਾ ਭਾਵ ਇਹ ਹੈ ਕਿ ਪਰਮੇਸ਼ਰ ਨੇ ਸਾਡੇ ਅੰਦਰ ਸਾਨੂੰ ਇੱਕ ਖਾਸ ਥਾਂ ਨਾਲ ਬਣਾਇਆ ਹੈ ਜਿਸ ਦਾ ਸੰਬੰਧ ਸਿਰਫ ਉਸੇ ਨਾਲ ਹੀ ਹੈ। ਇਸ ਤੋਂ ਪਹਿਲਾਂ ਕਿ ਅਸੀਂ ਵਿਸ਼ਵਾਸ ਕੀਤਾ, ਉਹ ਥਾਂ ਹਨੇਰਾ ਸੀ, ਰੌਸ਼ਨੀ ਬੁਝੀ ਹੋਈ ਸੀ, ਇਹ ਖਾਲੀ ਸੀ, ਪਰ ਅਸੀਂ ਰਾਸਤੇ ਵਿੱਚ ਆਉਂਦੇ ਜੋ ਖੋਜ ਕਰਦੇ ਹਾਂ। ਜੇ ਅਸੀਂ ਇਸ ਬਾਰੇ ਇਮਾਨਦਾਰ ਹਾਂ, ਉਹ ਇਹ ਹੈ ਕਿ ਜਦੋਂ ਤੱਕ ਪਰਮੇਸ਼ਰ ਉਸ ਥਾਂ ਵਿੱਚ ਆਪਣੇ ਘਰ ਨਹੀਂ ਆਉਂਦਾ ਜੋ ਉਸਨੇ ਆਪਣੇ ਲਈ ਰਚੀ ਹੈ, ਜਦੋਂ ਉਸਨੇ ਸਾਨੂੰ ਬਣਾਇਆ, ਇਹ ਇੱਕ ਖਾਲੀਪਨ ਦੀ ਭਾਵਨਾ ਹੁੰਦੀ ਹੈ ਜੋ ਕਿ ਇੱਕ ਸਰੀਰਕ ਭੁੱਖ ਵਰਗੀ ਹੈ। ਸਾਡੇ ਅੰਦਰ ਉਹ ਦਰਦ ਹੈ ਕਿਉਂਕਿ ਅਸੀਂ ਤ੍ਰਿਪਤ ਨਹੀਂ ਹੋਏ ਅਤੇ ਇੱਕ ਪਾਸਟਰ ਹੋਣ ਦੇ ਨਾਤੇ ਮੈਂ ਵੇਖਦਾ ਹਾਂ ਕਿ ਲੋਕ ਮਸੀਹ ਤੋਂ ਇਲਾਵਾ ਆਪਣੀ ਜ਼ਿੰਦਗੀ ਵਿੱਚ ਸੰਤੁਸ਼ਟੀ ਪਾਉਣ ਦਾ ਤਰੀਕਾ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਇਹ ਖਾਲੀਪਨ ਜੋ ਉਹਨਾਂ ਅੰਦਰ ਹੁੰਦਾ ਹੈ, ਇਹ ਥਾਂ ਜਿੱਥੇ ਹਨੇਰਾ ਹੁੰਦਾ ਹੈ, ਉਹ ਉੱਥੇ ਸੰਬੰਧਾਂ ਨੂੰ ਰੱਖਦੇ ਹਨ, ਉਹ ਉੱਥੇ ਖੁਸ਼ਹਾਲੀ ਨੂੰ ਰੱਖਦੇ ਹਨ, ਉਹ ਉੱਥੇ ਖਿਡੌਣੇ, ਨਸ਼ੇ, ਸ਼ਰਾਬ, ਕਾਮਕਤਾ ਅਤੇ ਹਰ ਕਿਸਮ ਦੀਆਂ ਚੀਜ਼ਾਂ ਨੂੰ ਰੱਖਦੇ ਹਨ। ਉਹ ਇਸ ਖਾਲੀ ਥਾਂ ਨੂੰ ਇਹੋ ਜਿਹੀਆਂ ਚੀਜ਼ਾਂ ਨਾਲ ਭਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਉਹਨਾਂ ਦਾ ਦਰਦ ਹਟ ਜਾਵੇਗਾ ਅਤੇ ਫਿਰ ਜਦੋਂ ਉਹ ਸਭ ਕੁਝ ਅਜਮਾ ਚੁੱਕੇ ਹੁੰਦੇ ਹਨ, ਕੋਈ ਉਹਨਾਂ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਯਿਸੂ ਨੂੰ ਅਜਮਾਇਆ ਹੈ, ਕਿਉਂਕਿ ਉਹ ਥਾਂ ਉਸ ਲਈ ਹੀ ਬਣੀ ਹੈ ਅਤੇ ਜਦੋਂ ਤੱਕ ਉਹ ਉੱਥੇ ਨਹੀਂ ਆਉਂਦਾ ਤੁਹਾਨੂੰ ਇਸ ਦਰਦ ਤੋਂ ਨਿਜਾਤ ਨਹੀਂ ਮਿਲੇਗੀ। ਅਤੇ ਫਿਰ ਉਹ ਯਿਸੂ ਨੂੰ ਅਜਮਾਉਂਦੇ ਹਨ ਅਤੇ ਤੁਸੀਂ ਬਪਤਿਸਮੇ ਵਾਲੀ ਥਾਂ ਤੇ ਉਹਨਾਂ ਨੂੰ ਇਹ ਕਹਿੰਦੇ ਸੁਣਦੇ ਹੋ, ਮੈਂ ਸਾਰੀ ਜ਼ਿੰਦਗੀ ਗਿਰਜੇ ਜਾਂਦਾ ਰਿਹਾ ਅਤੇ ਮੈਂ ਸੋਚਦਾ ਸੀ ਮੈਂ ਪਰਮੇਸ਼ਰ ਨੂੰ ਜਾਣਦਾ ਹਾਂ,
ਪਰ ਮੈਂ ਹਮੇਸ਼ਾ ਮਹਿਸੂਸ ਕਰਦਾ ਸੀ ਕਿ ਮੇਰੇ ਅੰਦਰ ਕੁਝ ਨਾ ਕੁਝ ਖੁੱਸ ਰਿਹਾ ਸੀ। ਕੀ ਤੁਸੀਂ ਇਹ ਸੁਣਿਆ ਹੈ? ਬਾਰ-ਬਾਰ ਅਤੇ ਬਾਰ-ਬਾਰ ਮੈਂ ਤੁਹਾਨੂੰ ਦੱਸਦਾ ਹਾਂ, ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਬਣਾਇਆ ਹੈ ਅਤੇ ਤੁਸੀਂ ਤਦ ਤੱਕ ਨਹੀਂ ਰੱਜਦੇ ਜਦੋਂ ਤੱਕ ਯਿਸੂ ਤੁਹਾਡੇ ਦਿਲ ਵਿੱਚ ਨਹੀਂ ਆਉਂਦਾ। ਤੁਸੀਂ ਹੋਰ ਜੋ ਚਾਹੁੰਦੇ ਹੋ ਅਜਮਾ ਸਕਦੇ ਹੋ। ਤੁਹਾਡੇ ਵਿੱਚੋਂ ਕੁਝ ਇੱਕ ਸਫ਼ਰ ਤੇ ਹਨ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜੇ ਤੁਸੀਂ ਜੀਵਨ ਦੀ ਰੋਟੀ ਨੂੰ ਲੈ ਲਵੋਗੇ ਜੋ ਯਿਸੂ ਹੈ ਅਤੇ ਤੁਸੀਂ ਉਸ ਨੂੰ ਆਪਣਾ ਮੁਕਤੀਦਾਤਾ ਕਬੂਲ ਕਰਕੇ ਆਪਣੇ ਦਿਲ ਵਿੱਚ ਲਵੋਗੇ, ਦਰਦ ਜਾਂਦੀ ਰਹੇਗੀ। ਤੁਸੀਂ ਇਸ ਗੱਲ ਦਾ ਅਹਿਸਾਸ ਕਰਨਾ ਸ਼ੁਰੂ ਕਰ ਦਿਓਗੇ। ਇਹ ਹੈ ਜਿਸ ਦੀ ਮੈਨੂੰ ਉਡੀਕ ਹੈ। ਇਹ ਉਹ ਹੈ ਸ਼ਖਸ ਜਿਸ ਦੀ ਮੈਨੂੰ ਜ਼ਿੰਦਗੀ ਵਿੱਚ ਲੋੜ ਹੈ। ਇਹ ਕਿਸੇ ਧਰਮ ਬਾਰੇ ਨਹੀਂ ਹੈ, ਇਹ ਇੱਕ ਸਬੰਧ ਬਾਰੇ ਹੈ। ਦੋਸਤੋ, ਤੁਸੀਂ ਵੇਖ ਰਹੇ ਸੀ ਆਪਣਾ ਮਨਪਸੰਦ ਪ੍ਰੋਗਰਾਮ ਦਿਸ਼ਾ ਪਰਿਵਰਤਨ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ। ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸਮੱਸਿਆਵਾਂ ਦੇ ਬਾਰੇ ਸਿੱਖ ਰਹੇ ਸੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਸਮਾਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਕਲੀਸਿਆ ਦੀ ਜ਼ਿੰਮੇਵਾਰੀ ਹੈ, ਕਿਉਂਕਿ ਸਮਾਜ ਆਪਣੀ ਜ਼ਰੂਰਤਾਂ ਨੂੰ ਆਪ ਪੂਰਾ ਨਹੀਂ ਕਰ ਸਕਦਾ। ਇਸ ਦੇ ਵਿੱਚ ਤਰਸ ਦੀ ਭਾਵਨਾ ਦਿਖਾਈ ਦਿੰਦੀ ਹੈ। ਇਹ ਪ੍ਰਭੂ ਯਿਸੂ ਜੀ ਦਾ ਤਰੀਕਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਦਾ ਇਹ ਤਰੀਕਾ ਹੈ। ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਮੇਰੇ ਵੱਸ ਵਿੱਚ ਕੀ ਹੈ ਜਿਸ ਦੇ ਨਾਲ ਮੈਂ ਆਪਣੀ ਸਮੱਸਿਆ ਨੂੰ ਹੱਲ ਕਰ ਸਕਦਾ ਹਾਂ। ਦੋਸਤੋ, ਬੜੀ ਹੀ ਦੁੱਖ ਦੀ ਗੱਲ ਹੈ ਕਿ ਅਸੀਂ ਕਈ ਵਾਰੀ ਪਰਮੇਸ਼ਰ ਦੇ ਚਮਤਕਾਰਾਂ ਦੇ ਗਵਾਹ ਹੁੰਦੇ ਹਾਂ, ਪਰ ਫਿਰ ਵੀ ਉਸ ਤੋਂ ਕੁਝ ਨਹੀਂ ਸਿੱਖਦੇ। ਇਸੇ ਕਰਕੇ ਹਰ ਵਾਰੀ ਸਾਨੂੰ ਆਪਣੀ ਸਮੱਸਿਆਵਾਂ ਨੂੰ ਨਜਿੱਠਣ ਦੇ ਲਈ ਇੱਕ ਨਵੀਂ ਸ਼ੁਰੂਆਤ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਅਸੀਂ ਸਿੱਖਿਆ ਕਿ ਸਾਨੂੰ ਆਪਣੀ ਯੋਜਨਾਵਾਂ ਦਾ ਵਿਕਾਸ ਕਰਨਾ ਚਾਹੀਦਾ ਹੈ। ਦੋਸਤੋ, ਸਾਨੂੰ ਪ੍ਰਭੂ ਤੇ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਜੋ ਕੁਝ ਵੀ ਉਹ ਸਮੱਸਿਆ ਨੂੰ ਸੁਲਝਾਉਣ ਦੇ ਲਈ ਸਾਡੇ ਕੋਲ ਉਪਲਬਧ ਹੈ, ਪ੍ਰਭੂ ਜੀ ਦੇ ਹੱਥਾਂ ਵਿੱਚ ਉਸ ਨੂੰ ਸੌਂਪ ਦੇਣਾ ਚਾਹੀਦਾ ਹੈ ਤਾਂ ਜੋ ਪ੍ਰਭੂ ਚਮਤਕਾਰ ਕਰੇ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਦਿਆਲੂ ਕਿਰਪਾਲੂ ਪਰਮੇਸ਼ਵਰ, ਸਾਡੀ ਤਰੱਕੀ ਦੇ ਵਿੱਚ ਖੁਸ਼ ਹੋਣ ਵਾਲੇ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਰੂਪ ਵਿੱਚ ਪਿਤਾ ਪਰਮੇਸ਼ਵਰ ਤੁਸੀਂ ਸਾਨੂੰ ਆਸ਼ੀਸ਼ ਔਰ ਬਰਕਤ ਦਿੱਤੀ ਆ, ਸਿੱਖਿਆਵਾਂ ਦਿੱਤੀਆਂ, ਔਰ ਅੱਜ ਪਿਤਾ ਪਰਮੇਸ਼ਵਰ ਤੁਸੀਂ ਸਾਨੂੰ ਸਿਖਾਇਆ ਕਿ ਅਸੀਂ ਆਪਣੀ ਸਮੱਸਿਆਵਾਂ ਨੂੰ ਕਿੱਦਾਂ ਹੱਲ ਕਰਨਾ ਹੈ। ਪ੍ਰਭੂ ਜੀ, ਤੁਸੀਂ ਸਾਨੂੰ ਸਿਖਾਇਆ ਕਿ ਜੋ ਕੁਝ ਵੀ ਸਾਡੇ ਕੋਲ ਉਪਲਬਧ ਹੈ ਅਸੀਂ ਉਹਨਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਆਪਣੀ ਸਮੱਸਿਆਵਾਂ ਤੋਂ ਕਿਵੇਂ ਬਾਹਰ ਆ ਸਕਦੇ ਹਾਂ। ਪ੍ਰਭੂ ਜੀ, ਤੁਸੀਂ ਸਾਨੂੰ ਸਿਖਾਇਆ ਕਿ ਜੋ ਕੁਝ ਵੀ ਸਾਡੇ ਕੋਲ ਹੈ ਉਹਨੂੰ ਤੁਹਾਡੇ ਚਰਨਾਂ 'ਚ ਲੈ ਕੇ ਆਈਏ, ਤੁਹਾਡੇ ਤੇ ਵਿਸ਼ਵਾਸ ਕਰੀਏ, ਆਪਣੀ ਸਮੱਸਿਆ ਦੀ ਜੜ ਨੂੰ ਕੱਢੀਏ ਪ੍ਰਭੂ ਜੀ, ਉਹਨੂੰ ਦੇਖੀਏ ਔਰ ਪ੍ਰਭੂ ਉਸ ਤੇ ਕੰਮ ਕਰੀਏ ਤਾਂ ਕਿ ਪਿਤਾ ਪਰਮੇਸ਼ਵਰ ਹਮੇਸ਼ਾ ਹਮੇਸ਼ਾ ਲਈ ਉਸ ਸਮੱਸਿਆ ਦਾ ਨਿਦਾਨ ਹੋ ਸਕੇ। ਧੰਨਵਾਦ ਕਰਦੇ ਪਿਤਾ ਪਰਮੇਸ਼ਵਰ ਇਸ ਅੱਛੇ ਵਚਨ ਵਾਸਤੇ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।